ਮੁਨਸ਼ੀ ਪ੍ਰੇਮਚੰਦ ਦਾ ਨਾਵਲ ਨਿਰਮਲਾ ਅੰਕ 23। ਮੁਨਸ਼ੀ ਜੀ 5 ਵਜੇ ਕਚਹਿਰੀਓਂ ਆਏ ਤਾਂ ਅੰਦਰ ਜਾ ਕੇ ਮੰਜੀ ਤੇ ਡਿੱਗ ਪਏ। ਬੁੱਢਾ ਸਰੀਰ ਉੱਤੋਂ ਅੱਜ ਸਾਰਾ ਦਿਨ ਖਾਣਾ ਨਾ ਮਿਲਿਆ। ਮੂੰਹ ਸੁੱਕ ਗਿਆ। ਨਿਰਮਲਾ ਸਮਝ ਗਈ ਅੱਜ ਸਾਰਾ ਦਿਨ ਖਾਲੀ ਗਿਆ। ਨਿਰਮਲਾ ਨੇ ਪੁੱਛਿਆ, ਅੱਜ ਕੁਝ ਨਹੀਂ ਮਿਲਿਆ? ਮੁਨਸ਼ੀ ਜੀ, ਸਾਰਾ ਦਿਨ ਨਿਕਲ ਗਿਆ, ਹੱਥ ਕੁਝ ਨਹੀਂ ਲੱਗਾ। ਨਿਰਮਲਾ, ਫੌਜਦਾਰੀ ਵਾਲੇ ਮੁਕੱਦਮੇ ਦਾ ਕੀ ਬਣਿਆ? ਮੁਨਸ਼ੀ ਜੀ, ਮੇਰੇ ਮੁਵੱਕਲ ਨੂੰ ਸਜ਼ਾ ਹੋ ਗਈ। ਨਿਰਮਲਾ, ਪੰਡਤ ਵਾਲੇ ਮੁਕੱਦਮੇ ਦਾ? ਮੁਨਸ਼ੀ ਜੀ, ਪੰਡਤ ਨੂੰ ਵੀ ਸਜ਼ਾ ਹੋ ਗਈ। ਨਿਰਮਲਾ, ਤੁਸੀਂ ਤਾਂ ਕਹਿੰਦੇ ਸੀ ਮਾਮਲਾ ਖਾਰਜ ਹੋ ਜਾਵੇਗਾ। ਮੁਨਸ਼ੀ ਜੀ, ਕਹਿੰਦਾ ਤਾਂ ਸਾਂ ਤੇ ਹੁਣ ਵੀ ਕਹਿੰਦਾ ਹਾਂ ਕਿ ਮਾਮਲਾ ਖਾਰਜ ਹੋ ਜਾਣਾ ਚਾਹੀਦਾ ਸੀ, ਪਰ ਐਨੀ ਸਿਰ ਖਪਾਈ ਕੌਣ ਕਰੇ। ਨਿਰਮਲਾ, ਤਹਿਸੀਰ ਵਾਲੇ ਮੁਕੱਦਮੇ ਦਾ? ਮੁਨਸ਼ੀ ਜੀ, ਉਹ ਵੀ ਹਾਰ ਗਿਆ। ਨਿਰਮਲਾ, ਅੱਜ ਤੁਸੀਂ ਕਿਸੇ ਬਦਕਿਸਮਤ ਦਾ ਮੂੰਹ ਵੇਖ ਕੇ ਉੱਠੇ ਹੋਵੋਗੇ। ਮੁਨਸ਼ੀ ਜੀ ਕੋਲੋਂ ਹੁਣ ਕੰਮ ਬਿਲਕੁਲ ਨਹੀਂ ਸੀ ਹੁੰਦਾ। ਇੱਕ ਤਾਂ ਉਹਨਾਂ ਨੂੰ ਮੁਕੱਦਮੇ ਨਹੀਂ ਸਨ ਮਿਲਦੇ, ਜਿਹੜੇ ਮਿਲਦੇ ਵੀ ਸਾਨੂੰ ਹਾਰ ਜਾਂਦੇ ਸਨ। ਪਰ ਆਪਣੀਆਂ ਅਸਫਲਤਾਵਾਂ ਨੂੰ ਉਹ ਨਿਰਮਲਾ ਕੋਲੋਂ ਲੁਕਾਉਂਦੇ ਰਹਿੰਦੇ। ਜਿਸ ਦਿਨ ਹੱਥ ਕੁਝ ਨਾ ਲੱਗਦਾ ਉਸ ਦਿਨ ਕਿਸੇ ਕੋਲੋਂ 2-4 ਰੁਪਏ ਉਧਾਰ ਲਿਆ ਕੇ ਨਿਰਮਲਾ ਨੂੰ ਦੇ ਦਿੰਦੇ। ਤਕਰੀਬਨ ਸਾਰੇ ਮਿੱਤਰਾਂ ਕੋਲੋਂ ਉਧਾਰ ਲੈ ਚੁੱਕੇ ਸਨ। ਅੱਜ ਇਹ ਜੁਗਾੜ ਵੀ ਨਾ ਬਣਿਆ। ਨਿਰਮਲਾ ਨੇ ਚਿੰਤਾ ਭਰੀ ਸੁਰ 'ਚ ਕਿਹਾ, ਆਮਦਨੀ ਦਾ ਇਹ ਹਾਲ ਰਿਹਾ ਤਾਂ ਰੱਬ ਹੀ ਰਾਖਾ ਹੈ। ਉੱਤੋਂ ਮੁੰਡੇ ਦਾ ਇਹ ਹਾਲ ਹੈ ਕਿ ਬਾਜ਼ਾਰ ਜਾਣਾ ਮੁਸ਼ਕਿਲ ਹੈ। ਭੂੰਗੀ ਕੋਲੋਂ ਸਾਰਾ ਕੰਮ ਕਰਵਾਉਣਾ ਪੈਂਦਾ ਹੈ। ਘਿਓ ਲੈ ਕੇ 11 ਵਜੇ ਆਇਆ, ਬਾਰ-ਬਾਰ ਕਹਿ ਕੇ ਹਾਰ ਗਈ ਕਿ ਲੱਕੜਾਂ ਲੈ ਆ, ਪਰ ਨਹੀਂ ਸੁਣਿਆ। ਮੁਨਸ਼ੀ ਜੀ, ਤਾਂ ਕੀ ਫਿਰ ਖਾਣਾ ਨਹੀਂ ਪਕਾਇਆ? ਨਿਰਮਲਾ, ਅਜਿਹੀਆਂ ਗੱਲਾਂ ਕਰਕੇ ਹੀ ਤੁਸੀਂ ਮੁਕੱਦਮੇ ਹਾਰਦੇ ਹੋ। ਬਾਲਣ ਤੋਂ ਬਿਨਾਂ ਕਿਸੇ ਨੇ ਖਾਣਾ ਪਕਾਇਆ ਹੈ ਜਿਹੜਾ ਮੈਂ ਵੀ ਪਕਾ ਲੈਂਦੀ। ਮੁਨਸ਼ੀ ਜੀ, ਤਾਂ ਬਿਨਾਂ ਕੁਝ ਖਾਧਿਆਂ ਹੀ ਚਲਾ ਗਿਆ। ਨਿਰਮਲਾ, ਘਰ 'ਚ ਹੋਰ ਕੀ ਪਿਆ ਸੀ ਜਿਹੜਾ ਖਵਾ ਦਿੰਦੀ? ਮੁਨਸ਼ੀ ਜੀ ਨੇ ਡਰਦਿਆਂ ਕਿਹਾ, ਥੋੜੇ ਪੈਸੇ ਵਗੈਰਾ ਦੇ ਦੇਣੇ ਸੀ। ਨਿਰਮਲਾ ਨੇ ਭਰਵੱਟੇ ਚੜਾਉਂਦਿਆਂ ਕਿਹਾ, ਘਰ 'ਚ ਪੈਸੇ ਉਗਦੇ ਨੇ? ਮੁਨਸ਼ੀ ਜੀ ਨੇ ਕੋਈ ਜਵਾਬ ਨਾ ਦਿੱਤਾ। ਥੋੜੀ ਦੇਰ ਇੰਤਜ਼ਾਰ ਕਰਦੇ ਰਹੇ ਕਿ ਸ਼ਾਇਦ ਖਾਣ ਨੂੰ ਕੁਝ ਮਿਲ ਜਾਵੇ, ਪਰ ਜਦੋਂ ਪਾਣੀ ਤੱਕ ਵੀ ਨਾ ਮਿਲਿਆ ਤਾਂ ਨਿਰਾਸ਼ ਹੋ ਕੇ ਬਾਹਰ ਚਲੇ ਗਏ। ਸੀਆ ਰਾਮ ਦੇ ਦੁੱਖ ਦਾ ਅੰਦਾਜ਼ਾ ਲਾ ਕੇ ਉਹਨਾਂ ਦਾ ਦਿਲ ਤੜਫ ਉੱਠਿਆ। ਸਾਰਾ ਦਿਨ ਬੀਤ ਗਿਆ, ਵਿਚਾਰੇ ਨੇ ਹਜੇ ਤੱਕ ਕੁਝ ਨਹੀਂ ਸੀ ਖਾਧਾ। ਕਮਰੇ 'ਚ ਸੁੱਤਾ ਹੋਣਾ ਹੈ। ਇੱਕ ਵਾਰ ਭੂੰਗੀ ਕੋਲੋਂ ਲੱਕੜਾਂ ਮੰਗਵਾ ਲੈਂਦੀ ਤਾਂ ਕੀ ਹਰਜ ਸੀ। ਅਜਿਹੀ ਬੱਚਤ ਵੀ ਕਿਸ ਕੰਮ ਦੀ ਕਿ ਘਰ ਦੇ ਆਦਮੀ ਭੁੱਖੇ ਰਹਿ ਜਾਣ। ਆਪਣਾ ਬਕਸਾ ਖੋਲ ਕੇ ਫਰੋਲਣ ਲੱਗ ਪਏ ਕਿ ਸ਼ਾਇਦ 2-4 ਪੈਸੇ ਲੱਭ ਜਾਣ। ਬਕਸੇ ਵਿਚਲੇ ਸਾਰੇ ਕਾਗਜ਼ ਕੱਢ ਦਿੱਤੇ। ਇੱਕ ਖਾਨਾ ਵੇਖਿਆ, ਥੱਲੇ ਹੱਥ ਪਾ ਕੇ ਵੇਖਿਆ, ਪਰ ਕੁਝ ਨਾ ਲੱਭਾ। ਜੇਕਰ ਨਿਰਮਲਾ ਦੇ ਬਕਸੇ 'ਚ ਪੈਸੇ ਨਹੀਂ ਉਗਦੇ ਤਾਂ ਇਸ ਬਕਸੇ 'ਚ ਸ਼ਾਇਦ ਫੁੱਲ ਵੀ ਨਾ ਲੱਗਦੇ ਹੋਣ। ਪਰ ਕਿਸਮਤ ਨਾਲ ਕਾਗਜ਼ਾਂ ਨੂੰ ਝਾੜਦਿਆਂ ਇੱਕ ਚਵਾਨੀ ਡਿੱਗ ਪਈ। ਖੁਸ਼ੀ ਨਾਲ ਮੁਨਸ਼ੀ ਜੀ ਉਛਲ ਪਏ। ਵੱਡੀਆਂ ਰਕਮਾਂ ਇਸ ਤੋਂ ਪਹਿਲਾਂ ਕਮਾ ਚੁੱਕੇ ਸਨ, ਪਰ ਚਵਾਨੀ ਵੇਖ ਕੇ ਉਹਨਾਂ ਨੂੰ ਜਿੰਨੀ ਖੁਸ਼ੀ ਹੋਈ ਓਨੀ ਪਹਿਲਾਂ ਕਦੇ ਨਹੀਂ ਸੀ ਹੋਈ। ਚਵਾਨੀ ਹੱਥ 'ਚ ਫੜ ਕੇ ਸੀਆ ਰਾਮ ਦੇ ਕਮਰੇ ਅੱਗੇ ਆ ਕੇ ਆਵਾਜ਼ ਦਿੱਤੀ। ਕੋਈ ਜਵਾਬ ਨਾ ਮਿਲਿਆ। ਤਦ ਕਮਰੇ ਅੰਦਰ ਜਾ ਕੇ ਵੇਖਿਆ, ਸੀਆ ਰਾਮ ਦਾ ਕੋਈ ਪਤਾ ਨਹੀਂ ਸੀ। ਕੀ ਹਜੇ ਸਕੂਲੋਂ ਨਹੀਂ ਆਇਆ? ਮਨ 'ਚ ਇਹ ਪ੍ਰਸ਼ਨ ਉੱਠਦਿਆਂ ਹੀ ਅੰਦਰ ਜਾ ਕੇ ਭੂੰਗੀ ਨੂੰ ਪੁੱਛਿਆ, ਪਤਾ ਲੱਗਾ ਸਕੂਲੋਂ ਤਾਂ ਆ ਗਿਆ ਏ। ਮੁਨਸ਼ੀ ਜੀ ਨੇ ਪੁੱਛਿਆ, ਪਾਣੀ ਵਗੈਰਾ ਪੀਤਾ ਸੀ? ਭੂੰਗੀ ਨੇ ਕੋਈ ਜਵਾਬ ਨਾ ਦਿੱਤਾ। ਨੱਕ ਚੜਾ ਕੇ ਮੂੰਹ ਵੱਟ ਕੇ ਚਲੀ ਗਈ। ਮੁਨਸ਼ੀ ਜੀ ਹੌਲੀ-ਹੌਲੀ ਆ ਕੇ ਆਪਣੇ ਕਮਰੇ 'ਚ ਬਹਿ ਗਏ। ਅੱਜ ਪਹਿਲੀ ਵਾਰ ਉਹਨਾਂ ਨੂੰ ਨਿਰਮਲਾ ਤੇ ਗੁੱਸਾ ਆਇਆ, ਪਰ ਦੂਜੇ ਹੀ ਪਲ ਗੁੱਸੇ ਦਾ ਅਸਰ ਆਪਣੇ ਤੇ ਹੋਣ ਲੱਗਾ। ਹਨੇਰੇ ਕਮਰੇ 'ਚ ਫਰਸ਼ ਤੇ ਲੇਟੇ ਹੋਏ ਆਪਣੇ ਪੁੱਤਰ ਵੱਲੋਂ ਉਦਾਸ ਹੋ ਜਾਣ ਤੇ ਖੁਦ ਨੂੰ ਲਾਹਨਤਾਂ ਪਾਉਣ ਲੱਗੇ। ਸਾਰੇ ਦਿਨ ਦੇ ਥੱਕੇ ਸਨ, ਛੇਤੀ ਹੀ ਨੀਂਦ ਆ ਗਈ। ਭੂੰਗੀ ਨੇ ਆ ਕੇ ਬੁਲਾਇਆ, ਬਾਬੂ ਜੀ ਖਾਣਾ ਤਿਆਰ ਹੈ। ਮੁਨਸ਼ੀ ਜੀ ਤਰਬਕ ਕੇ ਉੱਠੇ। ਕਮਰੇ 'ਚ ਲੈਂਪ ਜਗ ਰਿਹਾ ਸੀ। ਪੁੱਛਿਆ, ਕਿੰਨੇ ਵੱਜ ਗਏ ਨੇ ਭੂੰਗੀ? ਮੈਨੂੰ ਤਾਂ ਨੀਂਦ ਹੀ ਆ ਗਈ। ਭੂੰਗੀ ਨੇ ਕਿਹਾ, ਕੋਤਵਾਲੀ ਵਾਲੀ ਘੜੀ ਤੇ ਤਾਂ 9 ਵੱਜ ਗਏ ਨੇ, ਬਾਕੀ ਮੈਨੂੰ ਨਹੀਂ ਪਤਾ। ਮੁਨਸ਼ੀ ਜੀ, ਸੀਆ ਰਾਮ ਆ ਗਿਆ? ਭੂੰਗੀ, ਆਇਆ ਹੁੰਦਾ ਤਾਂ ਘਰੇ ਹੋਣਾ ਸੀ। ਮੁਨਸ਼ੀ ਜੀ ਨੇ ਝੁੰਝਲਾ ਕੇ ਪੁੱਛਿਆ, ਮੈਂ ਪੁੱਛਿਆ ਆਇਆ ਕਿ ਨਹੀਂ? ਤੂੰ ਪਤਾ ਨਹੀਂ ਕਿਹੋ ਜਿਹੇ ਜਵਾਬ ਦੇ ਰਹੀ, ਆਇਆ ਕਿ ਨਹੀਂ? ਭੂੰਗੀ, ਮੈਂ ਨਹੀਂ ਵੇਖਿਆ, ਝੂਠ ਕਿਵੇਂ ਕਹਿ ਦਿਆਂ। ਮੁਨਸ਼ੀ ਜੀ ਫਿਰ ਲੇਟ ਗਏ ਤੇ ਕਹਿਣ ਲੱਗੇ, ਉਹਨੂੰ ਆ ਜਾਣ ਦੇ, ਫਿਰ ਖਾਂਦਾ ਹਾਂ। ਅੱਧਾ ਘੰਟਾ ਦਰਵਾਜ਼ੇ ਵੱਲ ਨਿਗਾਹ ਟਿਕਾਈ ਮੁਨਸ਼ੀ ਜੀ ਲੇਟੇ ਰਹੇ। ਤਦ ਉੱਠ ਕੇ ਬਾਹਰ ਆਏ ਤੇ ਸੱਜੇ ਹੱਥ ਕੋਈ 2 ਕੁ ਫਰਲਾਂਗ ਤੁਰੇ। ਵਾਪਸ ਦਰਵਾਜ਼ੇ ਤੱਕ ਆਏ ਤੇ ਪੁੱਛਿਆ, ਸੀਆ ਰਾਮ ਆ ਗਿਆ? ਅੰਦਰੋਂ ਆਵਾਜ਼ ਆਈ, ਹਜੇ ਨਹੀਂ। ਮੁਨਸ਼ੀ ਜੀ ਫਿਰ ਖੱਬੇ ਪਾਸੇ ਗਲੀ ਦੀ ਨੁੱਕਰ ਤੱਕ ਗਏ। ਸੀਆ ਰਾਮ ਕਿਤੇ ਦਿਖਾਈ ਨਾ ਦਿੱਤਾ। ਫਿਰ ਘਰ ਆਏ ਤੇ ਦਰਵਾਜ਼ੇ 'ਚ ਖਲੋ ਕੇ ਪੁੱਛਿਆ, ਸੀਆ ਰਾਮ ਆ ਗਿਆ? ਅੰਦਰੋਂ ਜਵਾਬ ਮਿਲਿਆ, ਨਹੀਂ। ਕੋਤਵਾਲੀ ਵਾਲੀ ਘੜੀ 'ਚ 10 ਵੱਜਣ ਵਾਲੇ ਸਨ। ਮੁਨਸ਼ੀ ਜੀ ਬੜੀ ਤੇਜ਼ੀ ਨਾਲ ਕੰਪਨੀ ਬਾਗ ਗਏ। ਸੋਚਣ ਲੱਗੇ ਸ਼ਾਇਦ ਉੱਥੇ ਗਿਆ ਹੋਵੇ ਤੇ ਘਾਹ ਤੇ ਲੇਟਿਆਂ ਨੀਂਦ ਆ ਗਈ ਹੋਵੇ। ਬਾਗ 'ਚ ਪਹੁੰਚ ਕੇ ਉਹਨਾਂ ਨੇ ਹਰੇਕ ਬੈਂਚ ਵੇਖਿਆ। ਚਾਰੇ ਪਾਸੇ ਗਏ। ਬਹੁਤ ਸਾਰੇ ਆਦਮੀ ਘਾਹ ਤੇ ਲੇਟੇ ਹੋਏ ਸਨ, ਪਰ ਸੀਆ ਰਾਮ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ।
ਉਹਨਾਂ ਨੇ ਸੀਆਰਾਮ ਦਾ ਨਾਂ ਲੈ ਕੇ ਜ਼ੋਰ ਦੀ ਆਵਾਜ਼ ਮਾਰੀ ਪਰ ਕੋਈ ਜਵਾਬ ਨਾ ਪਰਤਿਆ। ਖਿਆਲ ਆਇਆ ਸ਼ਾਇਦ ਸਕੂਲੇ ਕੋਈ ਡਰਾਮਾ ਵਗੈਰਾ ਹੋ ਰਿਹਾ ਹੋਵੇ। ਸਕੂਲ 1 ਮੀਲ ਤੋਂ ਜ਼ਿਆਦਾ ਸੀ। ਸਕੂਲ ਵੱਲ ਤੁਰ ਪਏ ਪਰ ਅੱਧ ਚੋਂ ਮੁੜ ਆਏ। ਬਾਜ਼ਾਰ ਬੰਦ ਹੋ ਗਿਆ ਸੀ। ਸਕੂਲ 'ਚ ਇੰਨੀ ਦੇਰ ਤੱਕ ਡਰਾਮਾ ਨਹੀਂ ਹੋ ਸਕਦਾ। ਉਹਨਾਂ ਨੂੰ ਉਮੀਦ ਸੀ ਕਿ ਸੀਆਰਾਮ ਵਾਪਸ ਆ ਗਿਆ ਹੋਵੇਗਾ। ਦਰਵਾਜ਼ੇ ਤੇ ਆ ਕੇ ਉਹਨਾਂ ਨੇ ਆਵਾਜ਼ ਦਿੱਤੀ, ਸੀਆਰਾਮ ਆਇਆ। ਦਰਵਾਜ਼ੇ ਬੰਦ ਸਨ, ਕੋਈ ਆਵਾਜ਼ ਨਾ ਆਈ। ਫਿਰ ਜ਼ੋਰ ਦੀ ਆਵਾਜ਼ ਦਿੱਤੀ। ਭੂੰਗੀ ਦਰਵਾਜ਼ਾ ਖੋਲ੍ਹ ਕੇ ਕਹਿਣ ਲੱਗੀ, ਹਜੇ ਨਹੀਂ ਆਇਆ। ਮੁਨਸ਼ੀ ਜੀ ਨੇ ਹੌਲੀ ਜਿਹੀ ਆਪਣੇ ਕੋਲ ਸੱਦਿਆ ਤੇ ਤਰਸ ਭਰੀ ਆਵਾਜ਼ 'ਚ ਕਹਿਣ ਲੱਗੇ, ਤੂੰ ਤਾਂ ਘਰ ਦੀਆਂ ਸਾਰੀਆਂ ਗੱਲਾਂ ਜਾਣਦੀ ਏਂ, ਦੱਸ ਅੱਜ ਕੀ ਹੋਇਆ ਸੀ। ਭੂੰਗੀ, ਬਾਬੂ ਜੀ ਝੂਠ ਨਹੀਂ ਬੋਲਾਂਗੀ, ਵੱਧ ਤੋਂ ਵੱਧ ਮਾਲਕਣ ਕੱਢ ਦੇਵੇਗੀ। ਦੂਜੇ ਦਾ ਮੁੰਡਾ ਇੰਜ ਨਹੀਂ ਪਾਲਿਆ ਜਾਂਦਾ। ਜਦੋਂ ਕੋਈ ਕੰਮ ਹੋਇਆ ਬਸ ਬਾਜ਼ਾਰ ਭੇਜ ਦਿੱਤਾ। ਸਾਰਾ ਦਿਨ ਬਾਜ਼ਾਰ ਜਾਂਦਿਆਂ ਬੀਤ ਜਾਂਦਾ ਹੈ। ਅੱਜ ਲੱਕੜਾਂ ਲੈਣ ਨਹੀਂ ਗਿਆ ਤਾਂ ਚੁੱਲ੍ਹਾ ਨਹੀਂ ਬਲਿਆ। ਕੁਝ ਕਹੋ ਤਾਂ ਮੂੰਹ ਫੁਲਾ ਲੈਂਦੀ ਹੈ। ਜਦ ਤੁਸੀਂ ਨਹੀਂ ਦੇਖਦੇ ਤਾਂ ਦੂਸਰਾ ਕੌਣ ਦੇਖੇਗਾ। ਚਲੋ ਖਾਣਾ ਖਾ ਲਓ, ਬਹੂ ਜੀ ਕਦੋਂ ਦੀ ਬੈਠੀ ਏ। ਮੁਨਸ਼ੀ ਜੀ, ਕਹਿ ਦੇ ਉਹਨਾਂ ਨਹੀਂ ਖਾਣਾ। ਮੁਨਸ਼ੀ ਜੀ ਫੇਰ ਆਪਣੇ ਕਮਰੇ 'ਚ ਚਲੇ ਗਏ ਤੇ ਇੱਕ ਲੰਬਾ ਸਾਹ ਖਿੱਚਿਆ। ਮੁਨਸ਼ੀ ਜੀ ਗਹਿਰੀ ਵੇਦਨਾ ਨਾਲ ਭਰੇ ਪਏ ਸਨ। ਇਹ ਸ਼ਬਦ ਉਹਨਾਂ ਦੇ ਮੂੰਹੋਂ ਨਿਕਲੇ, ਰੱਬਾ ਕੀ ਹਜੇ ਸਜ਼ਾ ਪੂਰੀ ਨਹੀਂ ਹੋਈ? ਕੀ ਇਸ ਸੰਨੇ ਦੀ ਲਾਠੀ ਨੂੰ ਵੀ ਹੱਥੋਂ ਖਿੱਚ ਲਵੇਂਗਾ? ਨਿਰਮਲਾ ਨੇ ਆ ਕੇ ਕਿਹਾ, ਅੱਜ ਸੀਆਰਾਮ ਹਜੇ ਤੱਕ ਨਹੀਂ ਆਇਆ। ਮੈਂ ਕਹਿੰਦੀ ਹੀ ਰਹੀ ਕਿ ਖਾਣਾ ਪਕਾ ਦਿੰਦੀ ਹਾਂ, ਖਾ ਲੈ, ਪਰ ਪਤਾ ਨਹੀਂ ਕਿਹੜੇ ਵੇਲੇ ਉੱਠ ਕੇ ਚਲਾ ਗਿਆ। ਪਤਾ ਨਹੀਂ ਕਿੱਥੇ ਫਿਰ ਰਿਹਾ ਹੋਵੇਗਾ। ਗੱਲ ਤਾਂ ਸੁਣਦਾ ਹੀ ਨਹੀਂ। ਕਦੋਂ ਤੱਕ ਉਹਨੂੰ ਉਡੀਕਿਆ ਕਰਾਂ। ਤੁਸੀਂ ਚੱਲ ਕੇ ਖਾਣਾ ਖਾ ਲਓ, ਉਹਦੇ ਲਈ ਖਾਣਾ ਸਾਂਭ ਕੇ ਰੱਖ ਦਿਆਂਗੀ। ਮੁਨਸ਼ੀ ਜੀ ਨੇ ਨਿਰਮਲਾ ਵੱਲ ਸਖਤ ਨਜ਼ਰਾਂ ਨਾਲ ਵੇਖਦਿਆਂ ਕਿਹਾ, ਹੁਣ ਕਿੰਨਾ ਟਾਈਮ ਹੋਇਆ ਹੋਵੇਗਾ? ਨਿਰਮਲਾ, ਪਤਾ ਨਹੀਂ, 10 ਵੱਜ ਗਏ ਹੋਣਗੇ। ਮੁਨਸ਼ੀ ਜੀ ਨਹੀਂ, 12 ਵੱਜ ਗਏ ਨੇ। ਨਿਰਮਲਾ, 12 ਵੱਜ ਗਏ? ਇੰਨੀ ਦੇਰ ਤਾਂ ਪਹਿਲਾਂ ਕਦੇ ਨਹੀਂ ਸੀ ਕੀਤੀ। ਤਾਂ ਕਦੋਂ ਤੱਕ ਉਹਨੂੰ ਉਡੀਕਦੇ ਰਹੋਗੇ? ਦੁਪਹਿਰੇ ਵੀ ਕੁਝ ਨਹੀਂ ਸੀ ਖਾਧਾ। ਇਹੋ ਜਿਹਾ ਆਵਾਰਾ ਮੁੰਡਾ ਮੈਂ ਅੱਜ ਤੱਕ ਨਹੀਂ ਦੇਖਿਆ। ਮੁਨਸ਼ੀ ਜੀ, ਤੈਨੂੰ ਬਹੁਤ ਤੰਗ ਕਰਦਾ ਏ? ਨਿਰਮਲਾ, ਵੇਖੋ ਨਾ ਕਿੰਨੀ ਰਾਤ ਹੋ ਗਈ, ਹਜੇ ਤੱਕ ਘਰ ਨਹੀਂ ਆਇਆ। ਮੁਨਸ਼ੀ ਜੀ, ਸ਼ਾਇਦ ਇਹ ਉਹਦੀ ਆਖਰੀ ਸ਼ਰਾਰਤ ਹੋਵੇ। ਨਿਰਮਲਾ, ਕਿਹੋ ਜਿਹੀਆਂ ਗੱਲਾਂ ਮੂੰਹੋਂ ਕੱਢਦੇ ਹੋ? ਜਾਊਗਾ ਕਿੱਥੇ? ਕਿਸੇ ਯਾਰ ਦੋਸਤ ਦੇ ਘਰ ਸੌਂ ਗਿਆ ਹੋਣਾ ਏ। ਮੁਨਸ਼ੀ ਜੀ, ਇੰਜ ਹੀ ਹੋਵੇ, ਰੱਬ ਕਰਕੇ ਇੰਜ ਹੀ ਹੋਵੇ। ਨਿਰਮਲਾ, ਸਵੇਰੇ ਆਵੇ ਤਾਂ ਜਰਾ ਚੰਗੀ ਤਰ੍ਹਾਂ ਪੁੱਛਣਾ। ਮੁਨਸ਼ੀ ਜੀ, ਚੰਗੀ ਤਰ੍ਹਾਂ ਹੀ ਪੁੱਛਾਂਗਾ। ਨਿਰਮਲਾ, ਚਲੋ ਖਾਣਾ ਖਾ ਲਓ, ਬਹੁਤ ਦੇਰ ਹੋ ਗਈ ਏ। ਮੁਨਸ਼ੀ ਜੀ, ਹੁਣ ਸਵੇਰੇ ਹੀ ਖਾਵਾਂਗਾ। ਜੇ ਨਾ ਆਇਆ ਤਾਂ ਤੈਨੂੰ ਇਹੋ ਜਿਹਾ ਇਮਾਨਦਾਰ ਨੌਕਰ ਕਦੇ ਨਹੀਂ ਮਿਲਣਾ। ਨਿਰਮਲਾ ਨੇ ਆਕੜਦਿਆਂ ਕਿਹਾ, ਤਾਂ ਕਿ ਮੈਂ ਕੱਢ ਦਿੱਤਾ? ਮੁਨਸ਼ੀ, ਨਹੀਂ, ਮੈਂ ਤਾਂ ਇਹ ਨਹੀਂ ਕਹਿੰਦਾ। ਤੂੰ ਉਹਨੂੰ ਕਿਉਂ ਕੱਢੇਂਗੀ? ਤੇਰਾ ਤਾਂ ਕੰਮ ਕਰਦਾ ਸੀ। ਨਿਰਮਲਾ ਨੇ ਹੋਰ ਕੁਝ ਨਾ ਕਿਹਾ। ਗੱਲ ਵੱਧ ਜਾਣ ਦਾ ਡਰ ਸੀ। ਅੰਦਰ ਚਲੀ ਗਈ। ਸੌਣ ਲਈ ਵੀ ਨਾ ਕਿਹਾ। ਥੋੜੀ ਦੇਰ ਬਾਅਦ ਭੂੰਗੀ ਨੇ ਅੰਦਰੋਂ ਦਰਵਾਜ਼ੇ ਬੰਦ ਕਰ ਦਿੱਤੇ। ਕੀ ਮੁਨਸ਼ੀ ਜੀ ਨੂੰ ਨੀਂਦ ਆ ਸਕਦੀ ਸੀ? ਤਿੰਨਾਂ ਮੁੰਡਿਆਂ 'ਚੋਂ ਸਿਰਫ ਇੱਕ ਬਚਿਆ ਸੀ, ਉਹ ਵੀ ਹੱਥੋਂ ਨਿਕਲ ਗਿਆ ਤਾਂ ਫਿਰ ਜ਼ਿੰਦਗੀ ਦੇ ਹਨੇਰੇ ਤੋਂ ਇਲਾਵਾ ਹੋਰ ਕੀ ਰਹਿ ਜਾਵੇਗਾ? ਕੋਈ ਨਾਂ ਲੈਣ ਵਾਲਾ ਨਹੀਂ ਰਹਿਣਾ। ਹਾਂ, ਕਿਹੋ ਜਿਹੇ ਹੀਰੇ ਹੱਥੋਂ ਨਿਕਲ ਗਏ। ਮੁਨਸ਼ੀ ਜੀ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ। ਉਸ ਵਿਆਪਕ ਪਛਤਾਪ, ਠੋਸ ਪਛਤਾਵੇ ਭਰੇ ਹਨੇਰੇ 'ਚ ਉਮੀਦ ਦੀ ਇੱਕ ਹਲਕੀ ਜਿਹੀ ਰੇਖਾ ਨੇ ਉਹਨਾਂ ਨੂੰ ਸੰਭਾਲਿਆ ਹੋਇਆ ਸੀ। ਜਿਸ ਪਲ ਉਹ ਰੇਖਾ ਲੁਪਤ ਹੋ ਜਾਵੇਗੀ, ਕਿਹਨੂੰ ਪਤਾ ਹੈ ਉਹਨਾਂ ਤੇ ਕੀ ਬੀਤੇਗੀ? ਉਹਨਾਂ ਦੀ ਉਸ ਵੇਦਨਾ ਬਾਰੇ ਕੌਣ ਕਲਪਨਾ ਕਰ ਸਕਦਾ ਹੈ? ਕਈ ਵਾਰ ਮੁਨਸ਼ੀ ਜੀ ਨੇ ਸੌਣ ਦਾ ਯਤਨ ਕੀਤਾ, ਪਰ ਹਰ ਵਾਰ ਸੀਆਰਾਮ ਦੀ ਆਹਟ ਦੇ ਭੁਲੇਖੇ ਉੱਠ ਪੈਂਦੇ। ਸਵੇਰ ਹੁੰਦਿਆਂ ਹੀ ਮੁਨਸ਼ੀ ਜੀ ਫਿਰ ਸੀਆਰਾਮ ਨੂੰ ਲੱਭਣ ਤੁਰ ਪਏ। ਕਿਸੇ ਨੂੰ ਪੁੱਛਦਿਆਂ ਸ਼ਰਮ ਆਉਂਦੀ ਸੀ। ਕਿਹੜੇ ਮੂੰਹ ਨਾਲ ਪੁੱਛਣ? ਉਹਨਾਂ ਨੂੰ ਕਿਸੇ ਕੋਲੋਂ ਵੀ ਹਮਦਰਦੀ ਦੀ ਉਮੀਦ ਨਹੀਂ ਸੀ। ਸਪਸ਼ਟ ਨਾ ਕਹਿਣ, ਪਰ ਮਨ 'ਚ ਸਾਰੇ ਇਹੀ ਕਹਿਣਗੇ, ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰੋਗੇ। ਸਾਰਾ ਦਿਨ ਉਹ ਸਕੂਲ ਦੇ ਮੈਦਾਨ ਬਾਜ਼ਾਰ 'ਚ ਚੱਕਰ ਕੱਢਦੇ ਰਹੇ। 2 ਦਿਨ ਬਿਨਾਂ ਕੁਝ ਖਾਧਿਆਂ ਉਹਨਾਂ 'ਚ ਇੰਨੀ ਤਾਕਤ ਕਿਵੇਂ ਆਈ, ਇਹ ਉਹੀ ਜਾਣਨ। ਰਾਤ ਦੇ 12 ਵਜੇ ਮੁਨਸ਼ੀ ਜੀ ਘਰ ਆਏ। ਲਾਲਟਨ ਜਗ ਰਹੀ ਸੀ। ਨਿਰਮਲਾ ਦਰਵਾਜ਼ੇ 'ਚ ਖਲੋਤੀ ਸੀ। ਦੇਖਦਿਆਂ ਹੀ ਬੋਲੀ, ਦੱਸ ਕੇ ਵੀ ਨਹੀਂ ਗਿਆ, ਪਤਾ ਨਹੀਂ ਕਿੱਥੇ ਚਲਾ ਗਿਆ। ਕੁਝ ਪਤਾ ਲੱਗਾ? ਮੁਨਸ਼ੀ ਜੀ ਨੇ ਅੱਗ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਕਿਹਾ, ਹਟ ਜਾ ਸਾਹਮਣਿਓ, ਨਹੀਂ ਤਾਂ ਬੁਰਾ ਹੋਵੇਗਾ। ਮੈਂ ਆਪਣੇ ਆਪ 'ਚ ਨਹੀਂ ਹਾਂ। ਇਹ ਸਭ ਤੇਰਾ ਹੀ ਕੀਤਾ ਕਰਾਇਆ ਹੈ। ਤੇਰੇ ਕਾਰਨ ਹੀ ਅੱਜ ਮੇਰੀ ਇਹ ਹਾਲਤ ਹੋਈ। ਅੱਜ ਤੋਂ 6 ਸਾਲ ਪਹਿਲਾਂ ਇਸ ਘਰ ਦੀ ਹਾਲਤ ਇਹੋ ਜਿਹੀ ਨਹੀਂ ਸੀ। ਤੂੰ ਮੇਰਾ ਬਣਿਆ ਬਣਾਇਆ ਘਰ ਵਿਗਾੜ ਦਿੱਤਾ। ਤੂੰ ਮੇਰੇ ਲਹਿਰਾਉਂਦੇ ਬਾਗ ਨੂੰ ਉਜਾੜ ਦਿੱਤਾ। ਸਿਰਫ ਇੱਕ ਪੌਦਾ ਰਹਿ ਗਿਆ, ਉਹਨੂੰ ਪੁੱਟ ਕੇ ਤੈਨੂੰ ਚੈਨ ਮਿਲੇਗਾ। ਮੈਂ ਆਪਣਾ ਸਰਵਨਾਸ਼ ਕਰਵਾਉਣ ਲਈ ਤੈਨੂੰ ਆਪਣੇ ਘਰ ਨਹੀਂ ਸਾਂ ਲਿਆਇਆ। ਸੁਖੀ ਜੀਵਨ ਨੂੰ ਹੋਰ ਵੀ ਸੁਖੀ ਬਣਾਉਣਾ ਚਾਹੁੰਦਾ ਸਾਂ। ਇਹ ਉਸੇ ਦਾ ਪ੍ਰਾਸ਼ਚਿਤ ਹੈ। ਮੇਰੇ ਮੁੰਡਿਆਂ ਨੂੰ ਤੂੰ ਨੌਕਰ ਸਮਝ ਲਿਆ ਤੇ ਮੈਂ ਅੱਖਾਂ ਨਾਲ ਸਾਰਾ ਕੁਝ ਦੇਖਦਾ ਹੋਇਆ ਵੀ ਅੰਨਾ ਬਣਿਆ ਰਿਹਾ। ਜਾਂ ਮੇਰੇ ਲਈ ਥੋੜਾ ਜਿਹਾ ਜ਼ਹਿਰ ਭੇਜ ਦੇ, ਬਸ ਇਹੀ ਕਸਰ ਰਹਿ ਗਈ ਹੈ, ਉਹ ਵੀ ਪੂਰੀ ਹੋ ਜਾਵੇ। ਨਿਰਮਲਾ ਨੇ ਰੋਂਦਿਆਂ ਕਿਹਾ, ਮੈਂ ਤਾਂ ਬਦਕਿਸਮਤ ਹੀ ਹਾਂ। ਪਤਾ ਨਹੀਂ ਰੱਬ ਨੇ ਮੈਨੂੰ ਜਨਮ ਹੀ ਕਿਉਂ ਦਿੱਤਾ ਸੀ। ਪਰ ਇਹ ਤੁਸੀਂ ਕਿੰਜ ਸਮਝ ਲਿਆ ਕਿ ਸੀਆਰਾਮ ਆਵੇਗਾ ਹੀ ਨਹੀਂ? ਮੁਨਸ਼ੀ ਜੀ ਨੇ ਆਪਣੇ ਕਮਰੇ ਵੱਲ ਜਾਂਦਿਆਂ ਕਿਹਾ, ਦੁਖੀ ਨਾ ਹੋ, ਜਾ ਕੇ ਖੁਸ਼ੀਆਂ ਮਨਾ, ਤੇਰੇ ਮਨ ਦੀ ਇੱਛਾ ਪੂਰੀ ਹੋ ਗਈ। ਅੰਕ 24। ਨਿਰਮਲਾ ਸਾਰੀ ਰਾਤ ਰੋਂਦੀ ਰਹੀ। ਇੰਨਾ ਵੱਡਾ ਦੋਸ਼ ਉਹਨੇ ਜੀਆਰਾਮ ਨੂੰ ਗਹਿਣੇ ਚੋਰੀ ਕਰਦਿਆਂ ਵੇਖ ਕੇ ਵੀ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਸੀ ਕੀਤੀ। ਕਿਉਂ?
ਇਸ ਲਈ ਕਿ ਲੋਕ ਸਮਝਣਗੇ ਇਹ ਝੂਠਾ ਦੋਸ਼ ਲਾ ਕੇ ਮੁੰਡੇ ਨਾਲ ਵੈਰ ਲੈ ਰਹੀ ਹੈ। ਅੱਜ ਉਹਦੇ ਚੁੱਪ ਰਹਿਣ ਨਾਲ ਉਹਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਜੇਕਰ ਉਹ ਜੀਆ ਰਾਮ ਨੂੰ ਉਸੇ ਪਲ ਰੋਕ ਦਿੰਦੀ ਤੇ ਜੀਆ ਰਾਮ ਸ਼ਰਮ ਦਾ ਮਾਰਿਆ ਕਿਤੇ ਦੌੜ ਜਾਂਦਾ ਤਾਂ ਕਿ ਉਹਦੇ ਸਿਰ ਦੋਸ਼ ਨਾ ਮੜਿਆ ਜਾਂਦਾ। ਸੀਆ ਰਾਮ ਨਾਲ ਉਹਨੇ ਕਿਹੜਾ ਬੁਰਾ ਵਰਤਾਓ ਕੀਤਾ ਸੀ? ਉਹ ਥੋੜੀ ਬੱਚਤ ਖਾਤਰ ਹੀ ਤਾਂ ਸੀਆ ਰਾਮ ਕੋਲੋਂ ਸੌਦਾ ਮੰਗਵਾਉਂਦੀ ਸੀ। ਬੱਚਤ ਕਰਕੇ ਮੈਂ ਕਿਹੜਾ ਆਪਣੇ ਲਈ ਗਹਿਣੇ ਬਣਾਉਣੇ ਸੀ? ਜਦ ਆਮਦਨ ਦਾ ਇਹ ਹਾਲ ਸੀ ਤਾਂ ਪੈਸੇ ਤੇ ਨਜ਼ਰ ਰੱਖਣ ਤੋਂ ਇਲਾਵਾ ਜਮ੍ਹਾਂ ਕਰਨ ਦਾ ਉਹਦੇ ਕੋਲ ਹੋਰ ਕਿਹੜਾ ਸਾਧਨ ਸੀ? ਜਦ ਨੌਜਵਾਨਾਂ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤਾਂ ਬੁੱਢਿਆਂ ਦੀ ਜ਼ਿੰਦਗੀ ਦਾ ਕੀ ਭਰੋਸਾ? ਬੱਚੀ ਦੇ ਵਿਆਹ ਲਈ ਉਹ ਕਿਹਦੇ ਅੱਗੇ ਹੱਥ ਅੜਦੀ? ਬੱਚੀ ਦਾ ਭਾਰ ਉਹਦੇ ਉੱਪਰ ਹੀ ਤਾਂ ਸੀ। ਉਹ ਸਿਰਫ ਪਤੀ ਦੀ ਸੁਵਿਧਾ ਲਈ ਪੈਸੇ ਜੋੜਨ ਦਾ ਯਤਨ ਕਰ ਰਹੀ ਸੀ। ਪਤੀ ਲਈ ਹੀ ਕਿਉਂ? ਸੀਆ ਰਾਮ ਨੇ ਹੀ ਤਾਂ ਪਿਓ ਤੋਂ ਬਾਅਦ ਘਰ ਦਾ ਮਾਲਕ ਹੋਣਾ ਸੀ। ਕਿ ਭੈਣ ਦੇ ਵਿਆਹ ਦਾ ਭਾਰ ਉਹਦੇ ਸਿਰ ਨਾ ਪੈਂਦਾ? ਨਿਰਮਲਾ ਸਾਰੀ ਕੱਟ-ਵੱਢ ਪਤੀ ਤੇ ਪੁੱਤ ਦਾ ਸੰਕਟ ਮੋਚਨ ਕਰਨ ਲਈ ਹੀ ਕਰ ਰਹੀ ਸੀ। ਬੱਚੀ ਦਾ ਵਿਆਹ ਇਸ ਪ੍ਰਸਥਿਤੀ 'ਚ ਦੁੱਖ ਤੋਂ ਇਲਾਵਾ ਹੋਰ ਕੀ ਸੀ? ਪਰ ਇਹਦੇ ਲਈ ਵੀ ਉਹਦੀ ਕਿਸਮਤ 'ਚ ਬਦਨਾਮੀ ਲਿਖੀ ਸੀ। ਦੁਪਹਿਰ ਹੋ ਗਈ, ਅੱਜ ਵੀ ਚੁੱਲ੍ਹਾ ਨਾ ਬਲਿਆ। ਖਾਣਾ ਵੀ ਜ਼ਿੰਦਗੀ ਦਾ ਹਿੱਸਾ ਹੈ, ਇਸ ਗੱਲ ਦੀ ਕਿਸੇ ਨੂੰ ਪਰਵਾਹ ਨਹੀਂ ਸੀ। ਮੁਨਸ਼ੀ ਜੀ ਬਾਹਰ ਬੇਜ਼ਾਨ ਬੈਠੇ ਸਨ ਤੇ ਨਿਰਮਲਾ ਅੰਦਰ। ਬੱਚੀ ਕਦੇ ਅੰਦਰ ਜਾਂਦੀ ਕਦੇ ਬਾਹਰ, ਕੋਈ ਉਹਦੇ ਨਾਲ ਬੋਲਦਾ ਨਹੀਂ ਸੀ। ਬਾਰ-ਬਾਰ ਸੀਆ ਰਾਮ ਦੇ ਕਮਰੇ 'ਚ ਅੱਗੇ ਜਾ ਕੇ ਖੜੀ ਹੁੰਦੀ ਤੇ ਭਾ ਪੁਕਾਰਦੀ, ਪਰ ਭਰਾ ਕੋਈ ਜਵਾਬ ਨਹੀਂ ਸੀ ਦਿੰਦਾ। ਸ਼ਾਮ ਵੇਲੇ ਮੁਨਸ਼ੀ ਜੀ ਨਿਰਮਲਾ ਨੂੰ ਕਹਿਣ ਲੱਗੇ, ਤੇਰੇ ਕੋਲ ਥੋੜੇ ਪੈਸੇ ਹੈਗੇ ਨੇ? ਨਿਰਮਲਾ ਨੇ ਚੌਂਕ ਕੇ ਪੁੱਛਿਆ, ਕੀ ਕਰੋਗੇ? ਮੁਨਸ਼ੀ ਜੀ, ਮੈਂ ਜੋ ਪੁੱਛਦਾ ਹਾਂ ਉਹਦਾ ਜਵਾਬ ਦੇ। ਨਿਰਮਲਾ, ਤੁਹਾਨੂੰ ਨਹੀਂ ਪਤਾ? ਦੇਂਦੇ ਤਾਂ ਤੁਸੀਂ ਹੀ ਹੋ। ਮੁਨਸ਼ੀ ਜੀ, ਤੇਰੇ ਕੋਲ ਪੈਸੇ ਹਨ ਜਾਂ ਨਹੀਂ? ਜੇਕਰ ਹਨ ਤਾਂ ਦੇ ਦੇ, ਨਹੀਂ ਤਾਂ ਠੀਕ ਤਰ੍ਹਾਂ ਦੱਸ। ਨਿਰਮਲਾ ਨੇ ਹੁਣ ਵੀ ਸਾਫ਼ ਜਵਾਬ ਨਾ ਦਿੱਤਾ। ਕਹਿਣ ਲੱਗੀ, ਹੁੰਦੇ ਤਾਂ ਘਰ 'ਚ ਹੀ ਹੋਣੇ ਸਨ, ਮੈਂ ਕਿਤੇ ਹੋਰ ਤਾਂ ਨਹੀਂ ਭੇਜ ਦਿੱਤੇ। ਮੁਨਸ਼ੀ ਜੀ ਬਾਹਰ ਚਲੇ ਗਏ। ਉਹ ਜਾਣਦੇ ਸਨ ਕਿ ਨਿਰਮਲਾ ਕੋਲ ਪੈਸੇ ਹਨ, ਵਾਸਤਵ 'ਚ ਹੈ ਵੀ ਸਨ। ਨਿਰਮਲਾ ਨੇ ਇਹ ਵੀ ਨਹੀਂ ਕਿਹਾ ਕਿ ਨਹੀਂ ਹੈਗੇ ਜਾਂ ਮੈਂ ਨਹੀਂ ਦੇਣੇ, ਪਰ ਉਹਦੀਆਂ ਗੱਲਾਂ ਤੋਂ ਪ੍ਰਗਟ ਹੋ ਗਿਆ ਕਿ ਉਹ ਦੇਣਾ ਨਹੀਂ ਚਾਹੁੰਦੀ। 9 ਵਜੇ ਰਾਤ ਮੁਨਸ਼ੀ ਜੀ ਨੇ ਆ ਕੇ ਰੁਕਮਣੀ ਨੂੰ ਕਿਹਾ, ਦੀਦੀ ਮੈਂ ਜਰਾ ਬਾਹਰ ਜਾ ਰਿਹਾ ਹਾਂ, ਮੇਰਾ ਬਿਸਤਰਾ ਭੂੰਗੀ ਕੋਲੋਂ ਬਣਵਾ ਦੇਈਂ ਤੇ ਕੁਝ ਕੱਪੜੇ ਟਰੰਕ 'ਚ ਰਖਵਾ ਦੇਵੀਂ। ਰੁਕਮਣੀ ਖਾਣਾ ਪਕਾ ਰਹੀ ਸੀ। ਕਹਿਣ ਲੱਗੀ, ਬਹੂ ਕਮਰੇ 'ਚ ਹੈ, ਉਹਨੂੰ ਕਿਉਂ ਨਹੀਂ ਕਹਿ ਦਿੰਦਾ? ਕਿੱਥੇ ਜਾਣ ਦਾ ਇਰਾਦਾ ਏ? ਮੁਨਸ਼ੀ ਜੀ, ਮੈਂ ਤੈਨੂੰ ਕਹਿ ਰਿਹਾ, ਬਹੂ ਨੂੰ ਕਹਿਣਾ ਹੁੰਦਾ ਤਾਂ ਤੈਨੂੰ ਕਿਉਂ ਕਹਿੰਦਾ? ਅੱਜ ਤੂੰ ਕਿਉਂ ਖਾਣਾ ਪਕਾ ਰਹੀ ਏ? ਰੁਕਮਣੀ, ਹੋਰ ਕੌਣ ਪਕਾਵੇ? ਬਹੂ ਦੇ ਸਿਰ ਦਰਦ ਹੈ, ਆਖਿਰ ਇਸ ਵੇਲੇ ਕਿੱਥੇ ਜਾ ਰਿਹਾ? ਸਵੇਰੇ ਚਲਾ ਜਾਵੀਂ। ਇੰਜ ਟਾਲਦਿਆਂ ਅੱਜ 3 ਦਿਨ ਹੋ ਗਏ। ਇੱਧਰ ਉੱਧਰ ਘੁੰਮ ਫਿਰ ਕੇ ਵੇਖਾਂ, ਸ਼ਾਇਦ ਕਿਤੇ ਸੀਆ ਰਾਮ ਦਾ ਪਤਾ ਲੱਗ ਜਾਵੇ। ਕੁਝ ਲੋਕ ਕਹਿੰਦੇ ਨੇ ਕਿ ਇੱਕ ਸਾਧੂ ਨਾਲ ਗੱਲਾਂ ਕਰ ਰਿਹਾ ਸੀ, ਕਿਤੇ ਉਹੀ ਨਾ ਬਹਿਲਾ ਫੁਸਲਾ ਕੇ ਲੈ ਗਿਆ ਹੋਵੇ। ਰੁਕਮਣੀ, ਤਾਂ ਵਾਪਸ ਕਦ ਤੱਕ ਆਵੇਂਗਾ? ਮੁਨਸ਼ੀ ਜੀ, ਕਹਿ ਨਹੀਂ ਸਕਦਾ, ਹਫ਼ਤਾ ਲੱਗ ਜਾਵੇ, ਮਹੀਨਾ ਲੱਗ ਜਾਵੇ। ਰੁਕਮਣੀ, ਅੱਜ ਕਿਹੜਾ ਦਿਨ ਹੈ? ਕਿਸੇ ਪੰਡਤ ਕੋਲੋਂ ਪੁੱਛ ਲਿਆ ਜਾਂ ਨਹੀਂ? ਮੁਨਸ਼ੀ ਜੀ ਖਾਣਾ ਖਾਣ ਬਹਿ ਗਏ। ਨਿਰਮਲਾ ਨੂੰ ਇਸ ਵਕਤ ਉਹਨਾਂ ਤੇ ਬੜਾ ਤਰਸ ਆਇਆ। ਉਹਦਾ ਸਾਰਾ ਗੁੱਸਾ ਸ਼ਾਂਤ ਹੋ ਗਿਆ। ਖੋਤਾ ਨਾ ਬੋਲੀ, ਬੱਚੀ ਨੂੰ ਜਗਾ ਕੇ ਚੁੰਮਦੀ ਹੋਈ ਬੋਲੀ, ਵੇਖ ਤੇਰੇ ਬਾਬੂ ਜੀ ਕਿੱਥੇ ਜਾ ਰਹੇ ਹਨ? ਪੁੱਛ ਭਲਾ। ਬੱਚੀ ਨੇ ਦਰਵਾਜ਼ੇ 'ਚੋਂ ਝਾਂਕ ਕੇ ਪੁੱਛਿਆ, ਬਾਬੂ ਦੀ ਤਹਾਂ ਦਾਤੇ ਹੋ? ਮੁਨਸ਼ੀ, ਬੜੀ ਦੂਰ ਜਾ ਰਿਹਾ ਹਾਂ ਬੇਟੀ, ਤੇਰੇ ਭਰਾ ਨੂੰ ਲੱਭਣ। ਬੱਚੀ ਨੇ ਉੱਥੇ ਹੀ ਖਲੋਤਿਆਂ ਕਿਹਾ, ਅਤੀ ਵੀ ਤੱਲਾਂਗੇ। ਮੁਨਸ਼ੀ ਜੀ, ਬੜੀ ਦੂਰ ਜਾ ਰਿਹਾ ਹਾਂ, ਤੇਰੇ ਵਾਸਤੇ ਚੀਜ਼ੀ ਲਿਆਵਾਂਗਾ, ਇੱਧਰ ਆ। ਬੱਚੀ ਮੁਸਕਰਾ ਕੇ ਲੁਕ ਗਈ ਤੇ ਇੱਕ ਪਲ ਬਾਅਦ ਫਿਰ ਦਰਵਾਜ਼ੇ 'ਚੋਂ ਝਾਕ ਕੇ ਬੋਲੀ, ਅਤੀ ਵੀ ਤੱਲਾਂਗੇ। ਮੁਨਸ਼ੀ ਜੀ ਨੇ ਉਸੇ ਸੋਚ ਕਿਹਾ, ਤੈਨੂੰ ਨਹੀਂ ਲੈ ਕੇ ਜਾਣਾ। ਬੱਚੀ, ਮੈਨੂੰ ਕਿਉਂ ਨਹੀਂ ਲੈ ਕੇ ਜਾਣਾ? ਮੁਨਸ਼ੀ ਜੀ, ਤੂੰ ਮੇਰੇ ਕੋਲ ਤਾਂ ਆਉਂਦੀ ਨਹੀਂ। ਬੱਚੀ ਆ ਕੇ ਪਿਓ ਦੀ ਗੋਦ 'ਚ ਬਹਿ ਗਈ। ਥੋੜੀ ਦੇਰ ਲਈ ਮੁਨਸ਼ੀ ਜੀ ਉਹਦੇ ਬਾਲ ਪਿਆਰ 'ਚ ਆਪਣੀ ਅੰਤਰਵੇਦਨਾ ਭੁੱਲ ਗਏ। ਖਾਣਾ ਖਾ ਕੇ ਮੁਨਸ਼ੀ ਜੀ ਬਾਹਰ ਚਲੇ ਗਏ। ਨਿਰਮਲਾ ਖੜੀ ਤੱਕਦੀ ਰਹੀ। ਕਹਿਣਾ ਚਾਹੁੰਦੀ ਸੀ, ਬਿਨਾਂ ਵਜ੍ਹਾ ਜਾ ਰਹੇ ਹੋ, ਪਰ ਕਹਿ ਨਹੀਂ ਸਕੀ। ਕੁਝ ਪੈਸੇ ਕੱਢ ਕੇ ਦੇਣ ਦਾ ਵਿਚਾਰ ਬਣਾਇਆ, ਪਰ ਨਹੀਂ ਦੇ ਸਕੀ। ਅਖੀਰ ਰਿਹਾ ਨਾ ਗਿਆ। ਰੁਕਮਣੀ ਨੂੰ ਕਹਿਣ ਲੱਗੀ, ਦੀਦੀ ਜਰਾ ਦੱਸੋ ਤਾਂ ਸਹੀ, ਕਿੱਥੇ ਜਾ ਰਹੇ ਹਨ? ਬਿਨਾਂ ਪਤੇ ਤੋਂ ਕਿੱਥੇ ਲੱਭਣਗੇ? ਬਿਨਾਂ ਵਜ੍ਹਾ ਪਰੇਸ਼ਾਨ ਹੋਣਗੇ। ਰੁਕਮਣੀ ਨੇ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਆਪਣੇ ਕਮਰੇ 'ਚ ਚਲੀ ਗਈ। ਨਿਰਮਲਾ ਬੱਚੀ ਨੂੰ ਗੋਦ 'ਚ ਚੁੱਕੀ ਸੋਚ ਰਹੀ ਸੀ, ਸ਼ਾਇਦ ਜਾਣ ਤੋਂ ਪਹਿਲਾਂ ਬੱਚੀ ਨੂੰ ਜਾਂ ਮੈਨੂੰ ਮਿਲਣ ਆਉਣ, ਪਰ ਉਹਦੀ ਇਹ ਉਮੀਦ ਪੂਰੀ ਨਾ ਹੋਈ। ਮੁਨਸ਼ੀ ਜੀ ਨੇ ਬਿਸਤਰਾ ਚੁੱਕਿਆ ਤੇ ਟਾਂਗੇ 'ਚ ਜਾ ਬੈਠੇ। ਉਸ ਵਕਤ ਨਿਰਮਲਾ ਦਾ ਦਿਲ ਉਦਾਸ ਹੋਣ ਲੱਗਾ। ਉਸਨੂੰ ਇੰਜ ਲੱਗ ਰਿਹਾ ਸੀ ਹੁਣ ਇਹਨਾਂ ਨਾਲ ਮੁਲਾਕਾਤ ਨਹੀਂ ਹੋਣੀ। ਉਹ ਘਬਰਾ ਕੇ ਬਾਹਰ ਦੌੜੀ ਕਿ ਮੁਨਸ਼ੀ ਜੀ ਨੂੰ ਰੋਕ ਲਵੇ, ਪਰ ਟਾਂਗਾ ਜਾ ਚੁੱਕਾ ਸੀ। ਧੰਨਵਾਦ।